ਸਤਿ ਸ੍ਰੀ ਅਕਾਲ ਦੋਸਤੋ, ਅੱਜ ਆਪਾਂ ਕਹਾਣੀ ਪੜਾਂਗੇ। ਇੱਕ 12 ਸਾਲ ਦੀ ਲੜਕੀ ਦੀ ਜ਼ਿੰਦਗੀ ਤੇ ਬੀਤੀ ਹੋਈ ਦਰਦਨਾਕ ਕਹਾਣੀ। ਜਦੋਂ ਮਨੁੱਖ ਦਰਿੰਦਾ ਬਣ ਜਾਂਦਾ ਹੈ ਤਾਂ ਉਸ ਦਾ ਨਤੀਜਾ ਵੀ ਬਹੁਤ ਭਿਆਨਕ ਹੁੰਦਾ ਹੈ। ਅਜਿਹੀ ਹੀ ਹੈ ਇਹ ਕਹਾਣੀ, ਜਿਸ ਵਿੱਚ ਇੱਕ 12 ਸਾਲ ਦੀ ਨਾਬਾਲਗ ਲੜਕੀ ਦੀ ਮਾਂ ਦੀ ਮੌਤ ਹੋ ਗਈ। ਮੈਂ ਉਸ ਲੜਕੀ ਤੇ ਹੋਏ ਜ਼ੁਲਮਾਂ ਨੂੰ ਤਬਾਹੀ ਕਿਉਂ ਕਹਿ ਰਹੀ ਹਾਂ, ਇਹ ਗੱਲ ਤੁਹਾਨੂੰ ਕਹਾਣੀ ਸੁਣਨ ਤੋਂ ਬਾਅਦ ਹੀ ਪਤਾ ਲੱਗ ਸਕੇਗੀ। ਸੋ ਦੋਸਤੋ, ਮੇਰੀ ਬੇਨਤੀ ਹੈ ਕਿ ਦਿਲ ਦਹਿਲਾਉਣ ਵਾਲੀ ਪੂਰੀ ਕਹਾਣੀ ਸੁਣੋ। ਮੇਰਾ ਨਾਮ ਰੋਮੀ ਹੈ। ਮੈਂ ਬਚਪਨ ਤੋਂ ਹੀ ਬਹੁਤ ਸੋਹਣੀ ਸੀ। ਸ਼ਾਇਦ ਇਸੇ ਲਈ ਮਾਂ ਨੇ ਮੇਰਾ ਨਾਂ ਵੀ ਇੰਨਾ ਸੋਹਣਾ ਰੱਖਿਆ ਸੀ। ਅਸੀਂ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਸੀ। ਮੈਂ 12 ਸਾਲ ਦੀ ਸੀ ਜਦੋਂ ਮਾਂ ਇਸ ਦੁਨੀਆ ਤੋਂ ਚਲੀ ਗਈ। ਹੁਣ ਘਰ ਦਾ ਕੰਮ ਕਰਨ ਵਾਲਾ ਕੋਈ ਨਹੀਂ ਸੀ। ਸਾਡੀ ਪਿੰਡ ਵਿੱਚ ਬਹੁਤ ਜ਼ਮੀਨ ਸੀ, ਇਸ ਲਈ ਮੇਰੇ ਪਿਤਾ ਨੂੰ ਦੁਬਾਰਾ ਵਿਆਹ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਈ ਅਤੇ ਇੱਕ ਦਿਨ ਮੇਰੇ ਪਿਤਾ ਜੀ ਲਾੜਾ ਬਣ ਗਏ। ਆਪਣੀ ਨਵੀਂ ਲਾੜੀ ਨੂੰ ਘਰ ਲੈ ਆਏ। ਮੇਰੀ ਇੱਕ ਛੋਟੀ ਭੈਣ ਵੀ ਸੀ। ਅਸੀਂ ਦੋਵੇਂ ਭੈਣਾਂ ਖੂਬ ਬਣ ਠਣ ਕੇ ਤਿਆਰ ਹੋਈਆਂ ਅਤੇ ਨਵੀਂ ਮਾਂ ਦਾ ਬਹੁਤ ਸਵਾਗਤ ਕੀਤਾ। ਮਤਰੇਈ ਮਾਂ, ਜੋ ਉਮਰ ਵਿੱਚ ਮੇਰੇ ਬਾਪ ਤੋਂ ਬਹੁਤ ਛੋਟੀ ਸੀ, ਪਰ ਪਿੰਡ ਦੀ ਔਰਤ ਹੋਣ ਕਰਕੇ ਉਮਰੋਂ ਛੋਟੀ ਨਹੀਂ ਲੱਗਦੀ ਸੀ, ਕਿਉਂਕਿ ਉਹ ਇੱਕ ਸਿਹਤਮੰਦ ਔਰਤ ਸੀ। ਅਤੇ ਨਵੀਂ ਮੰਮੀ ਘਰ ਆਈ ਅਤੇ ਮੇਰਾ ਡੈਡੀ ਉਸ ਦੇ ਨਖਰੇ ਉਠਾਉਣ ਲੱਗ ਪਿਆ, ਕਿਉਂਕਿ ਉਹ ਸੋਹਣੀ ਹੀ ਇੰਨੀ ਸੀ। ਪਿਤਾ ਜੀ ਸਵੇਰੇ ਕੰਮ ਤੇ ਚਲੇ ਜਾਂਦੇ ਹਨ ਅਤੇ ਅਸੀਂ ਦੋਵੇਂ ਭੈਣਾਂ ਵੀ ਸਕੂਲ ਚਲੀਆਂ ਜਾਂਦੀਆਂ ਸਾਂ। ਕੁਝ ਮਹੀਨੇ ਵਧੀਆ ਲੰਘ ਗਏ। ਫਿਰ ਇੱਕ ਦਿਨ ਜਦੋਂ ਮੈਂ ਸਕੂਲ ਤੋਂ ਘਰ ਵਾਪਸ ਆਈ ਤਾਂ ਸਾਡੇ ਘਰ ਇੱਕ ਆਦਮੀ ਬੈਠਾ ਸੀ। ਮਾਂ ਨੇ ਦੱਸਿਆ ਕਿ ਇਹ ਮੇਰਾ ਰਿਸ਼ਤੇਦਾਰ ਹੈ। ਉਹ ਕਿਸੇ ਹੋਰ ਪਿੰਡ ਤੋਂ ਆਇਆ ਹੈ। ਪਿਤਾ ਜੀ ਵੀ ਸ਼ਾਮ ਨੂੰ ਘਰ ਆ ਗਏ। ਉਹ ਮਤਰੇਈ ਮਾਂ ਦਾ ਉਹ ਰਿਸ਼ਤੇਦਾਰ ਕਿਸੇ ਕੰਮ ਲਈ ਸਾਡੇ ਘਰ ਆਇਆ ਸੀ। ਮੇਰੇ ਪਿਤਾ ਜੀ ਨੇ ਵੀ ਉਸ ਨੂੰ ਸਹੁਰਿਆਂ ਤੋਂ ਆਇਆ ਇਹ ਜਾਣ ਕੇ ਉਸ ਦਾ ਬਹੁਤ ਸਵਾਗਤ ਕੀਤਾ। ਉਹ ਕੁਝ ਦਿਨ ਸਾਡੇ ਘਰ ਰੁਕਿਆ ਅਤੇ ਫਿਰ ਚਲਾ ਗਿਆ। ਉਸ ਦਾ ਨਾਮ ਅਮਨ ਸੀ। ਉਹ ਮਾਂ ਤੋਂ 2-3 ਸਾਲ ਛੋਟਾ ਹੀ ਹੋਵੇਗਾ। ਸਮਾਂ ਬੀਤਦਾ ਗਿਆ। ਹੁਣ ਉਹ ਸਾਡੇ ਘਰ ਆਉਂਦਾ ਜਾਂਦਾ ਸੀ। ਇੱਕ ਦਿਨ ਜਦੋਂ ਅਸੀਂ ਦੋਵੇਂ ਭੈਣਾਂ ਸਕੂਲ ਤੋਂ ਵਾਪਸ ਆਈਆਂ ਤਾਂ ਕਮਰੇ ਦਾ ਦਰਵਾਜ਼ਾ ਬੰਦ ਸੀ ਤੇ ਮਾਂ ਵੀ ਨਜ਼ਰ ਨਹੀਂ ਆ ਰਹੀ ਸੀ। ਘਰ ਵਿੱਚ ਸਨਾਟਾ ਸੀ, ਕੋਈ ਆਵਾਜ਼ ਨਹੀਂ ਆ ਰਹੀ ਸੀ। ਮੈਂ ਦਰਵਾਜ਼ਾ ਖੋਲ੍ਹਿਆ। ਜਦੋਂ ਮੈਂ ਹਲਕੀ ਜਿਹੀ ਵਿਰਲ ਵਿੱਚੋਂ ਦੀ ਅੰਦਰ ਝਾਕਿਆ ਤਾਂ ਉਹ ਮਾਂ ਦਾ ਰਿਸ਼ਤੇਦਾਰ, ਜਿਸ ਦਾ ਨਾਮ ਅਮਨ ਸੀ, ਮਾਂ ਦੀ ਗੋਦੀ ਵਿੱਚ ਸਿਰ ਰੱਖ ਕੇ ਲੇਟਿਆ ਹੋਇਆ ਸੀ। ਮੈਨੂੰ ਇਹ ਦੇਖ ਕੇ ਬਹੁਤ ਗੁੱਸਾ ਆਇਆ ਤੇ ਮਾਂ ਵੀ ਪਿਆਰ ਨਾਲ ਉਸ ਦੇ ਵਾਲਾਂ ਵਿੱਚ ਹੱਥ ਫੇਰ ਰਹੀ ਸੀ। ਇਹ ਦੇਖ ਕੇ ਮੈਨੂੰ ਗੁੱਸਾ ਆਇਆ ਕਿਉਂਕਿ ਉਹ ਮੇਰੇ ਪਿਤਾ ਨੂੰ ਧੋਖਾ ਦੇ ਰਹੀ ਸੀ। ਮੇਰੀ ਭੈਣ ਮੇਰੇ ਤੋਂ 1 ਸਾਲ ਛੋਟੀ ਸੀ। ਜਦੋਂ ਮੈਂ ਇਹ ਗੱਲ ਆਪਣੀ ਭੈਣ ਨੂੰ ਦੱਸੀ ਤਾਂ ਉਹ ਕਹਿਣ ਲੱਗੀ, ਰੂਮੀ ਦੇਖੋ, ਅਜਿਹੇ ਮਾਮਲਿਆਂ ਵਿੱਚ ਸਾਰਾ ਪਰਿਵਾਰ ਤਬਾਹ ਹੋ ਜਾਂਦਾ ਹੈ। ਅਜਿਹਾ ਨਾ ਹੋਵੇ ਕਿ ਪਿਤਾ ਜੀ ਮੁਸੀਬਤ ਵਿੱਚ ਪੈ ਜਾਣ। ਚੁੱਪਚਾਪ ਰਹਿਣਾ ਹੀ ਬਿਹਤਰ ਹੈ। ਮੈਂ ਵੀ ਇਸ ਵਿੱਚ ਹੀ ਭਲਾ ਸਮਝਿਆ ਅਤੇ ਕਿਸੇ ਨਾਲ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ। ਸਮਾਂ ਬੀਤਦਾ ਰਿਹਾ। ਅਸੀਂ ਖੁੱਲ੍ਹੀਆਂ ਅੱਖਾਂ ਨਾਲ ਸਾਰਾ ਖੇਡ ਵੇਖ ਰਹੀਆਂ ਸਾਂ। ਮੈਨੂੰ ਪਤਾ ਸੀ ਕਿ ਸਾਡੀ ਇਹ ਚੁੱਪ ਇੱਕ ਦਿਨ ਤੂਫਾਨ ਬਣ ਜਾਵੇਗੀ। ਖੈਰ, ਸਮਾਂ ਬੀਤਦਾ ਰਿਹਾ। ਫਿਰ ਇੱਕ ਦਿਨ ਸਵੇਰੇ ਮਤਰੇਈ ਮਾਂ ਬਹੁਤ ਉੱਚੀ ਰੋ ਰਹੀ ਸੀ। ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਕਮਰੇ ਵਿੱਚ ਚਲੀ ਗਈ। ਮੈਂ ਜਾ ਕੇ ਦੇਖਿਆ ਤਾਂ ਮਾਂ ਉੱਚੀ ਕਹਿ ਰਹੀ ਸੀ ਕਿ ਮੈਂ ਕੀ ਕਰਾਂ। ਉਹ ਮੈਨੂੰ ਜਵਾਨੀ ਵਿੱਚ ਛੱਡ ਕੇ ਚਲਾ ਗਿਆ। ਮੈਂ ਹੈਰਾਨ ਰਹਿ ਗਈ ਕਿਉਂਕਿ ਪਿਤਾ ਜੀ ਸਾਨੂੰ ਛੱਡ ਕੇ ਚਲੇ ਗਏ ਸਨ। ਜਦੋਂ ਮੈਂ ਨੇੜਿਓਂ ਦੇਖਿਆ ਤਾਂ ਪਿਤਾ ਦੀਆਂ ਅੱਖਾਂ ਪੱਥਰ ਹੋ ਗਈਆਂ ਸਨ ਅਤੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਮੈਂ ਸਮਝ ਗਈ ਸਾਂ ਕਿ ਇਹ ਸਭ ਇਸ ਮਨਹੂਸ ਔਰਤ ਨੇ ਕੀਤਾ ਹੈ। ਉਸਨੇ ਜਲਦੀ ਤੋਂ ਜਲਦੀ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਤਾਂ ਅਮਨ ਵੀ ਇਸ ਵਿੱਚ ਸ਼ਾਮਲ ਸੀ। ਫਿਰ ਪਿਤਾ ਜੀ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਉਸ ਤੋਂ ਬਾਅਦ ਅਸੀਂ ਕੁਝ ਦਿਨ ਆਰਾਮ ਨਾਲ ਬਿਤਾਏ, ਪਰ ਉਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਬਦਲ ਗਈ। ਬਾਅਦ ਵਿੱਚ ਮਾਮਲਾ ਸਾਨੂੰ ਝਿੜਕਣ ਤੱਕ ਵੱਧ ਗਿਆ ਅਤੇ ਫਿਰ ਸਾਨੂੰ ਸਕੂਲ ਨਹੀਂ ਜਾਣ ਦਿੱਤਾ ਗਿਆ। ਉਸਨੇ ਸਾਨੂੰ ਸਕੂਲ ਜਾਣ ਤੋਂ ਵੀ ਰੋਕ ਦਿੱਤਾ ਅਤੇ ਮਤਰੇਈ ਮਾਂ ਸਾਨੂੰ ਸਾਰਾ ਦਿਨ ਘਰ ਦੇ ਕੰਮ ਕਰਨ ਲਈ ਮਜਬੂਰ ਕਰਦੀ ਸੀ ਅਤੇ ਜਦੋਂ ਅਸੀਂ ਘਰ ਦੇ ਸਾਰੇ ਕੰਮ ਖਤਮ ਕਰ ਲੈਂਦੇ ਸੀ ਤਾਂ ਉਹ ਕਹਿੰਦੀ ਸੀ, ਇੱਕ ਮੇਰੇ ਪੈਰ ਦਬਾਓ ਅਤੇ ਇੱਕ ਸਿਰ ਦੀ ਮਾਲਿਸ਼ ਕਰੋ। ਸਮਾਂ ਬੀਤਦਾ ਰਿਹਾ। ਅਮਨ ਨੇ ਹੌਲੀ-ਹੌਲੀ ਮੇਰੇ ਬਾਪੂ ਦੀ ਸਾਰੀ ਜ਼ਮੀਨ ਆਪਣੇ ਕਬਜ਼ੇ ਵਿੱਚ ਲੈ ਲਈ। ਹੁਣ ਉਹ ਸਾਡੇ ਘਰ ਹੀ ਰਹਿੰਦਾ ਸੀ। ਇੱਕ ਦਿਨ ਜਦੋਂ ਮਤਰੇਈ ਮਾਂ ਮੇਰੇ ਤੋਂ ਪੈਰ ਦਬਵਾ ਰਹੀ ਸੀ ਤਾਂ ਅਮਨ ਵੀ ਕੋਲ ਹੀ ਬੈਠਾ ਸੀ।
ਉਸਨੇ ਮੇਰੀ ਛੋਟੀ ਭੈਣ ਨੂੰ ਵੀ ਆਪਣੇ ਪੈਰ ਦਬਾਉਣ ਲਈ ਕਿਹਾ। ਮੈਂ ਉਸ ਨੂੰ ਕਿਹਾ ਕਿ ਮੇਰੀ ਭੈਣ ਤੇਰੇ ਪੈਰ ਨਹੀਂ ਦਬਾਵੇਗੀ। ਅਜਿਹੀ ਫਰਮਾਇਸ਼ ਨਾ ਹੀ ਕਰੋ ਤਾਂ ਬਿਹਤਰ ਹੋਵੇਗਾ। ਇੰਨਾ ਸੁਣਦੇ ਹੀ ਮਾਂ ਨੇ ਉੱਠ ਕੇ ਮੈਨੂੰ ਬਹੁਤ ਜ਼ੋਰ ਨਾਲ ਥੱਪੜ ਮਾਰਿਆ। ਮੇਰੇ ਹੱਥ ਵਿੱਚ ਤੇਲ ਦੀ ਬੋਤਲ ਸੀ, ਜਿਸ ਕਾਰਨ ਸਾਰਾ ਤੇਲ ਮਾਂ ਤੇ ਪੈ ਗਿਆ। ਮਾਂ ਨੇ ਮੈਨੂੰ ਵਾਲਾਂ ਤੋਂ ਫੜ ਲਿਆ। ਖੈਰ, ਉਸ ਸਮੇਂ ਮੈਨੂੰ ਅਮਨ ਨੇ ਬਚਾਇਆ ਸੀ ਅਤੇ ਉਸ ਦਿਨ ਉਸ ਨੇ ਮੈਨੂੰ ਕਮਰੇ ਵਿੱਚ ਭੇਜ ਦਿੱਤਾ ਸੀ। ਮੈਂ ਫੈਸਲਾ ਕੀਤਾ ਕਿ ਹੁਣ ਅਸੀਂ ਇਸ ਘਰ ਵਿੱਚ ਨਹੀਂ ਰਹਾਂਗੇ। ਅਸੀਂ ਦੋਵੇਂ ਭੈਣਾਂ ਨੇ ਸਾਰੀ ਰਾਤ ਜਾਗ ਕੇ ਬਿਤਾਈ। ਸਵੇਰੇ 5 ਵਜੇ ਅਸੀਂ ਕੱਪੜੇ ਇੱਕ ਗਠੜੀ ਵਿੱਚ ਬੰਨ੍ਹ ਕੇ ਘਰੋਂ ਨਿਕਲ ਪਏ। ਬਾਹਰ ਖੜ ਕੇ ਮੈਂ ਆਪਣੇ ਘਰ ਨੂੰ ਆਖਰੀ ਵਾਰ ਪਿਆਰ ਨਾਲ ਦੇਖਿਆ ਤੇ ਭੈਣ ਦਾ ਹੱਥ ਫੜ ਕੇ ਮੈਂ ਕਾਹਲੀ ਨਾਲ ਬੱਸ ਸਟੈਂਡ ਵੱਲ ਤੁਰ ਪਈ। ਮੈਨੂੰ ਪਤਾ ਸੀ ਕਿ ਹਰ ਰੋਜ਼ ਸਵੇਰੇ 6 ਵਜੇ ਬੱਸ ਪਿੰਡ ਤੋਂ ਸ਼ਹਿਰ ਨੂੰ ਜਾਂਦੀ ਹੈ। ਅਸੀਂ ਦੋਵੇਂ ਸਵੇਰ 6 ਵਜੇ ਬੱਸ ਸਟੈਂਡ ਪਹੁੰਚ ਗਏ। ਜਦੋਂ 6 ਵਜੇ ਦੀ ਬੱਸ ਆਈ ਤਾਂ ਅਸੀਂ ਬੱਸ ਵਿੱਚ ਬੈਠ ਗਏ। ਪਿਤਾ ਜੀ ਦਾ ਇੱਕ ਦੋਸਤ ਉਸ ਸ਼ਹਿਰ ਵਿੱਚ ਰਹਿੰਦਾ ਸੀ ਜੋ ਪਿਤਾ ਤੋਂ ਕਣਕ ਆਦਿ ਖਰੀਦਦਾ ਸੀ, ਪਰ ਪਿਤਾ ਜੀ ਦੇ ਜਾਣ ਤੋਂ ਬਾਅਦ ਉਸਨੇ ਪਿੰਡ ਆਉਣਾ ਵੀ ਬੰਦ ਕਰ ਦਿੱਤਾ ਸੀ। ਮੈਨੂੰ ਉਸ ਦਾ ਐਡਰੈਸ ਪਤਾ ਸੀ ਕਿਉਂਕਿ ਮੈਂ ਪਿਤਾ ਜੀ ਨਾਲ ਪਹਿਲਾਂ ਵੀ ਇੱਕ ਵਾਰ ਸ਼ਹਿਰ ਆ ਚੁੱਕੀ ਸੀ। ਅਸੀਂ ਦੋਵੇਂ ਚਾਚੇ ਦੇ ਘਰ ਪਹੁੰਚ ਗਏ ਸੀ। ਚਾਚੇ ਨੇ ਸਾਨੂੰ ਬਹੁਤ ਪਿਆਰ ਦਿੱਤਾ। ਅਸੀਂ ਸਭ ਕੁਝ ਦੱਸ ਦਿੱਤਾ। ਚਾਚਾ ਬੋਲਿਆ, ਜੇ ਤੁਹਾਡਾ ਬਾਪੂ ਹੁੰਦਾ ਤਾਂ ਤੁਹਾਡੀ ਇਹ ਹਾਲਤ ਨਾ ਹੁੰਦੀ। ਛੱਡੋ, ਫਿਕਰ ਨਾ ਕਰੋ, ਮੈਂ ਜਿੰਦਾ ਹਾਂ। ਹੁਣ ਤੁਸੀਂ ਮੈਨੂੰ ਆਪਣੇ ਬਾਪ ਦੀ ਜਗ੍ਹਾ ਹੀ ਸਮਝੋ। ਤੁਸੀਂ ਜਿੰਨਾ ਮਰਜ਼ੀ ਚਾਹੋ, ਜਿੰਨਾ ਚਿਰ ਚਾਹੋ ਇੱਥੇ ਰਹਿ ਸਕਦੇ ਹੋ। ਅਸੀਂ ਕਿਹਾ, ਠੀਕ ਹੈ ਚਾਚਾ, ਪਰ ਸਾਡੇ ਤੇ ਇੱਕ ਅਹਿਸਾਨ ਕਰੋ। ਅਸੀਂ ਤੁਹਾਡੇ ਤੇ ਬੋਝ ਨਹੀਂ ਬਣਨਾ ਚਾਹੁੰਦੇ। ਅਸੀਂ ਕੁਝ ਕੰਮ ਕਰਨਾ ਚਾਹੁੰਦੇ ਹਾਂ। ਸਾਨੂੰ ਕੰਮ ਤੇ ਲਗਵਾ ਦਿਓ। ਅਸੀਂ ਕੁਝ ਦਿਨ ਚਾਚੇ ਦੇ ਘਰ ਰਹੇ। ਫਿਰ ਉਹਨਾਂ ਨੇ ਸਾਨੂੰ ਇੱਕ ਕੋਠੀ ਵਿੱਚ ਕੰਮ ਤੇ ਲਗਵਾ ਦਿੱਤਾ। ਕੋਠੀ ਬਹੁਤ ਵੱਡੀ ਸੀ। ਉਹਨਾਂ ਨੇ ਸਾਨੂੰ ਕੋਠੀ ਵਿੱਚ ਰਹਿਣ ਲਈ ਇੱਕ ਛੋਟਾ ਜਿਹਾ ਸਟੋਰ ਦਿੱਤਾ। ਕੋਠੀ ਵਿੱਚ ਇੱਕ ਮਾਲਕਣ ਅਤੇ ਇੱਕ ਸਾਹਬ ਰਹਿੰਦੇ ਸਨ। ਉਹਨਾਂ ਦੀ ਇੱਕ ਧੀ ਸੀ ਜੋ ਮੇਰੇ ਤੋਂ ਛੋਟੀ ਸੀ ਅਤੇ ਇੱਕ ਪੁੱਤਰ ਜੋ ਸਿਰਫ 1 ਸਾਲ ਦਾ ਸੀ। ਕੁਝ ਹੀ ਦਿਨਾਂ ਵਿੱਚ ਮੈਂ ਘਰ ਦਾ ਸਾਰਾ ਕੰਮ ਸੰਭਾਲ ਲਿਆ। ਮਾਲਕਣ ਵੀ ਮੇਰੇ ਨਾਲ ਬਹੁਤ ਖੁਸ਼ ਸੀ। ਇੱਕ 22-23 ਸਾਲ ਦਾ ਮੁੰਡਾ ਵੀ ਸਾਹਬ ਜੀ ਦੀ ਕੋਠੀ ਵਿੱਚ ਰਹਿੰਦਾ ਸੀ। ਮਾਲਕਣ ਦਾ ਡਰਾਈਵਰ ਸੀ। ਉਹ ਸਵੇਰੇ ਆਉਂਦਾ ਸੀ ਅਤੇ ਸ਼ਾਮ ਨੂੰ ਆਪਣੇ ਘਰ ਵਾਪਸ ਚਲਾ ਜਾਂਦਾ ਸੀ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਮੈਂ ਨੋਟ ਕੀਤਾ ਕਿ ਜਦੋਂ ਸਾਹਬ ਜੀ ਕੰਮ ਤੇ ਚਲੇ ਜਾਂਦੇ ਸਨ ਤਾਂ ਡਰਾਈਵਰ ਮਾਲਕਣ ਦੇ ਕਮਰੇ ਵਿੱਚ ਬੈਠਾ ਰਹਿੰਦਾ ਸੀ। ਮੇਰੇ ਵਿੱਚ ਉਸ ਤੋਂ ਪੁੱਛਣ ਜਾਂ ਅੰਦਰ ਜਾ ਕੇ ਦੇਖਣ ਦੀ ਹਿੰਮਤ ਨਹੀਂ ਸੀ ਕਿ ਇਹ ਡਰਾਈਵਰ ਇੰਨੀ ਦੇਰ ਕਮਰੇ ਵਿੱਚ ਬੈਠਾ ਕੀ ਕਰਦਾ ਹੈ। ਇਹ ਗੱਲ ਜਦੋਂ ਮੈਂ ਆਪਣੀ ਛੋਟੀ ਭੈਣ ਨੂੰ ਦੱਸੀ ਤਾਂ ਉਸਨੇ ਕਿਹਾ, ਚੁੱਪ ਕਰ, ਬਸ ਇੱਕੋ ਸਹਾਰਾ ਹੈ। ਇਹ ਛੱਤ ਵੀ ਚਲੀ ਗਈ ਤਾਂ ਫੇਰ ਸਾਨੂੰ ਕਿਤੇ ਹੋਰ ਧੱਕੇ ਖਾਣੇ ਪੈਣਗੇ। ਮੈਂ ਇੱਕ ਵਾਰ ਫੇਰ ਚੁੱਪ ਹੋ ਗਈ। ਫਿਰ ਇੱਕ ਦਿਨ ਸ਼ਾਮ ਨੂੰ ਮਾਲਕਣ ਕਹਿਣ ਲੱਗੀ, ਜਾਓ ਬੰਟੀ ਨੂੰ ਪਾਰਕ ਵਿੱਚ ਲੈ ਜਾਓ, ਉਸ ਨੂੰ ਝੂਲੇ ਤੇ ਝੂਲੇ ਦਿਓ। ਮੈਂ ਉਸ ਨੂੰ ਪਾਰਕ ਵਿੱਚ ਲੈ ਗਈ। ਪਤਾ ਨਹੀਂ ਕੀ ਗੱਲ ਸੀ, ਉਸ ਦਿਨ ਬੰਟੀ ਚੁੱਪ ਨਾ ਹੋ ਸਕਿਆ। ਕਾਫੀ ਦੇਰ ਕੋਸ਼ਿਸ਼ ਕਰਦੀ ਰਹੀ ਪਰ ਉਹ ਚੁੱਪ ਨਾ ਹੋਇਆ ਤਾਂ ਉਸ ਨੂੰ ਘਰ ਵਾਪਸ ਲੈ ਆਈ। ਇੱਥੇ ਆ ਕੇ ਇੱਧਰ ਉੱਧਰ ਦੇਖਿਆ, ਕੋਈ ਨਜ਼ਰ ਨਹੀਂ ਆਇਆ। ਮੈਂ ਸੋਚਿਆ ਛੱਤ ਤੇ ਹੀ ਹੋਣਗੇ। ਮੈਂ ਬੰਟੀ ਨੂੰ ਆਪਣੀ ਛੋਟੀ ਭੈਣ ਨੂੰ ਫੜਾਇਆ ਅਤੇ ਛੱਤ ਤੇ ਚਲੀ ਗਈ ਤੇ ਮੈਂ ਮਾਲਕਣ ਨੂੰ ਦੱਸਦੀ ਹਾਂ ਕਿ ਬੰਟੀ ਚੁੱਪ ਨਹੀਂ ਕਰ ਰਿਹਾ। ਪਰ ਜਦੋਂ ਮੈਂ ਉੱਪਰ ਗਈ ਤਾਂ ਕਮਰੇ ਦਾ ਦਰਵਾਜ਼ਾ ਬੰਦ ਸੀ। ਮੈਂ ਚੁੱਪਚਾਪ ਦਰਵਾਜ਼ੇ ਦੇ ਸੁਰਾਗ ਤੋਂ ਅੰਦਰ ਝਾਤੀ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਮਾਲਕਣ ਸਾਹਮਣੇ ਸੋਫੇ ਤੇ ਬੈਠੀ ਸੀ ਅਤੇ ਡਰਾਈਵਰ ਕੋਲ ਬੈਠਾ ਗੰਦੀਆਂ ਹਰਕਤਾਂ ਕਰ ਰਿਹਾ ਸੀ। ਮੈਂ ਡਰ ਗਈ ਤੇ ਮੈਂ ਸੋਚ ਵੀ ਨਹੀਂ ਸੀ ਸਕਦੀ ਕਿ ਇੰਨੀ ਪੜ੍ਹੀ ਲਿਖੀ ਤੇ ਸੂਝਵਾਨ ਔਰਤ ਅਜਿਹੀ ਹਰਕਤ ਕਰ ਸਕਦੀ ਹੈ। ਉਸੇ ਸਮੇਂ ਮਾਲਕਣ ਨੇ ਮੇਰੀ ਆਵਾਜ਼ ਮਹਿਸੂਸ ਕੀਤੀ ਅਤੇ ਦਰਵਾਜ਼ੇ ਦੇ ਹੇਠਾਂ ਤੋਂ ਮੇਰੇ ਪੈਰ ਵੇਖੇ। ਉਹ ਇੱਕ ਤੇਜ਼ ਬਿਜਲੀ ਦੇ ਝਟਕੇ ਵਾਂਗ ਉੱਠੀ ਅਤੇ ਛਾਲ ਮਾਰ ਕੇ ਦਰਵਾਜ਼ਾ ਖੋਲ੍ਹਿਆ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਹੁਣ ਕੀ ਕਰਾਂ ਤੇ ਕੀ ਨਾ ਕਰਾਂ। ਇੰਨੇ ਵਿੱਚ ਉਸਨੇ ਮੈਨੂੰ ਅੰਦਰ ਖਿੱਚ ਕੇ ਦਰਵਾਜ਼ਾ ਬੰਦ ਕਰ ਲਿਆ। ਫਿਰ ਉਸਨੇ ਮੇਰੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ ਅਤੇ ਕਹਿਣ ਲੱਗੀ ਕਿ ਮੈਂ ਤਾਂ ਤੈਨੂੰ ਕਿਹਾ ਸੀ ਕਿ ਬੰਟੀ ਨੂੰ ਬਾਹਰ ਪਾਰਕ ਵਿੱਚ ਲੈ ਜਾਓ। ਮੈਂ ਕਿਹਾ ਮਾਲਕਣ, ਪਰ ਉਸਨੇ ਮੇਰੀ ਇੱਕ ਨਾ ਸੁਣੀ। ਤੁਰੰਤ ਮੈਨੂੰ ਮੇਰੇ ਵਾਲਾਂ ਤੋਂ ਫੜ ਕੇ ਜ਼ਮੀਨ ਤੇ ਸੁੱਟ ਦਿੱਤਾ ਅਤੇ ਮੇਰੇ ਪੇਟ ਤੇ ਇੱਕ ਜ਼ੋਰਦਾਰ ਲੱਤ ਮਾਰੀ। ਮੈਂ ਆਪਣੇ ਹੱਥ ਜੋੜ ਕੇ ਕਿਹਾ, ਮਾਲਕਣ, ਮੈਂ ਕੁਝ ਨਹੀਂ ਦੇਖਿਆ। ਉਸਨੇ ਕਿਹਾ, ਮੈਂ ਤੈਨੂੰ ਹੁਣੇ ਦੱਸਦੀ ਹਾਂ ਤੂੰ ਕੀ ਦੇਖਿਆ ਤੇ ਕੀ ਨਹੀਂ।
ਅਤੇ ਫਿਰ ਉਸਨੇ ਡਰਾਈਵਰ ਨੂੰ ਇਸ਼ਾਰਾ ਕੀਤਾ। ਉਸਨੇ ਮੈਨੂੰ ਫੜ ਲਿਆ। ਫਿਰ ਉਹ ਔਰਤ ਸੋਫੇ ਤੇ ਬੈਠੀ ਜਿਵੇਂ ਤਮਾਸ਼ਾ ਦੇਖ ਰਹੀ ਹੋਵੇ ਅਤੇ ਉਸ ਡਰਾਈਵਰ ਨੇ ਉਸਦੇ ਸਾਹਮਣੇ ਮੇਰੀ ਇੱਜ਼ਤ ਦੀਆਂ ਧੱਜੀਆਂ ਉਡਾ ਦਿੱਤੀਆਂ। ਮੈਂ ਰੋਂਦੀ ਰਹੀ, ਚੀਕਦੀ ਰਹੀ, ਚਲਾਉਂਦੀ ਰਹੀ, ਪਰ ਮੇਰੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਸੀ। ਕੁਝ ਦੇਰ ਬਾਅਦ ਉਹ ਦੋਵੇਂ ਮੈਨੂੰ ਕਮਰੇ ਵਿੱਚ ਛੱਡ ਕੇ ਹੇਠਾਂ ਚਲੇ ਗਏ। ਮੇਰੇ ਕੋਲ ਆਪਣੀ ਬਰਬਾਦੀ ਤੇ ਹੰਝੂ ਵਹਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਸਾਹਬ ਸ਼ਾਮ ਨੂੰ ਘਰ ਆਉਂਦੇ ਹੀ ਮੇਰੀ ਕੁੱਟਮਾਰ ਕਰਨ ਲੱਗੇ ਅਤੇ ਕਹਿਣ ਲੱਗੇ ਕਿ ਤੁਸੀਂ ਮਾਲਕਨ ਦੇ ਪਰਸ ਵਿੱਚੋਂ ਪੈਸੇ ਚੋਰੀ ਕਰ ਲਏ ਹਨ। ਮੈਂ ਕਿਹਾ ਨਹੀਂ ਸਾਹਬ ਜੀ। ਇੰਨੇ ਨੂੰ ਮਾਲਕਨ ਉੱਠੀ ਅਤੇ ਮੇਰੇ ਮੂੰਹ ਤੇ ਥੱਪੜ ਮਾਰਿਆ ਅਤੇ ਕਿਹਾ ਕਿ ਮੈਂ ਆਪ ਤੈਨੂੰ ਅਲਮਾਰੀ ਵਿੱਚੋਂ ਪੈਸੇ ਚੋਰੀ ਕਰਦਿਆਂ ਦੇਖਿਆ ਹੈ। ਉਸਨੇ ਡਰਾਈਵਰ ਨੂੰ ਬੁਲਾਇਆ ਅਤੇ ਕਿਹਾ ਜੇ ਤੁਸੀਂ ਚਾਹੁੰਦੇ ਹੋ ਤਾਂ ਉਸਨੂੰ ਪੁੱਛ ਲਓ। ਡਰਾਈਵਰ ਕਹਿਣ ਲੱਗਾ ਜਨਾਬ ਮੈਂ ਆਪ ਉਸਨੂੰ ਕਮਰੇ ਵਿੱਚ ਜਾਂਦੇ ਦੇਖਿਆ। ਤਾਂ ਮਾਲਕਨ ਨੇ ਕਿਹਾ ਹੁਣੇ ਉਸਨੂੰ ਘਰੋਂ ਬਾਹਰ ਕੱਢੋ। ਅਤੇ ਇਸ ਸਮੇਂ ਸਾਹਬ ਜੀ ਇੱਕ ਚੰਗੇ ਆਦਮੀ ਸਨ। ਉਹ ਕਹਿਣ ਲੱਗੇ ਅੱਛਾ ਛੱਡੋ, ਮਾਫ਼ ਕਰ ਦਿਓ, ਉਹ ਛੋਟੀ ਜਿਹੀ ਮਾਸੂਮ ਕੁੜੀ ਹੈ, ਕਿੱਥੇ ਜਾਏਗੀ, ਇੱਥੇ ਕੋਈ ਨਹੀਂ ਹੈ। ਤਾਂ ਸਾਹਬ ਜੀ ਨੇ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਅੱਜ ਤੋਂ ਬਾਅਦ ਦੇਖ ਚੋਰੀ ਨਾ ਕਰੀ। ਜੋ ਵੀ ਚੀਜ਼ ਚਾਹੀਦੀ ਹੈ ਮੈਨੂੰ ਦੱਸ ਦੇਣਾ। ਮੈਂ ਚੁੱਪਚਾਪ ਨਜ਼ਰਾਂ ਝੁਕਾਈ ਖੜੀ ਸੀ। ਇੱਕ ਗਰੀਬ ਬੇਸਹਾਰਾ ਕੁੜੀ ਇਸ ਤੋਂ ਵੱਧ ਹੋਰ ਕਰ ਵੀ ਕੀ ਸਕਦੀ ਸੀ। ਸਮਾਂ ਬੀਤਦਾ ਰਿਹਾ ਅਤੇ ਮੈਂ ਆਪਣੀਆਂ ਅੱਖਾਂ ਅਤੇ ਕੰਨ ਬੰਦ ਕਰਕੇ ਆਪਣਾ ਸਮਾਂ ਗੁਜ਼ਾਰਦੀ ਰਹੀ। 2 ਸਾਲ ਇਸੇ ਤਰ੍ਹਾਂ ਬੀਤ ਗਏ। ਇੱਕ ਦਿਨ ਮਾਲਕਨ ਤੇ ਸਾਹਬ ਜੀ ਨੇ ਕਿਸੇ ਕੰਮ ਲਈ ਬਾਹਰ ਜਾਣਾ ਸੀ। ਉਹ ਜਦੋਂ ਵੀ ਬਾਹਰ ਜਾਂਦੇ ਡਰਾਈਵਰ ਨੂੰ ਛੁੱਟੀ ਦੇ ਦਿੰਦੇ। ਉਸ ਦਿਨ ਵੀ ਉਹਨਾਂ ਨੇ ਡਰਾਈਵਰ ਨੂੰ ਕਿਹਾ ਕਿ ਅਸੀਂ ਕੁਝ ਸਮੇਂ ਲਈ ਬਾਹਰ ਜਾ ਰਹੇ ਹਾਂ, ਅੱਜ ਤੁਹਾਡੀ ਛੁੱਟੀ ਹੈ, ਆਪਣੇ ਘਰ ਜਾਓ। ਉਸ ਦੀ ਧੀ ਜੋ ਅਜੇ ਸਕੂਲ ਵਿੱਚ ਹੀ ਸੀ ਮੈਨੂੰ ਕਿਹਾ ਕਿ ਜਦੋਂ ਉਹ ਸਕੂਲ ਤੋਂ ਆਵੇ ਤਾਂ ਉਸ ਦਾ ਖਿਆਲ ਰੱਖਣਾ। ਦੁਪਹਿਰ ਦੇ 2 ਵਜੇ ਦੇ ਕਰੀਬ ਉਹ ਸਕੂਲੋਂ ਆਈ। ਮੈਂ ਉਸਨੂੰ ਖਾਣਾ ਖਵਾ ਕੇ ਉਸਦੇ ਕੋਲ ਹੀ ਬੈਠ ਗਈ। ਉਹ ਵੈਸੇ ਵੀ ਮੇਰੇ ਨਾਲ ਬਹੁਤ ਪਿਆਰ ਨਾਲ ਗੱਲ ਕਰਦੀ ਸੀ, ਇਸ ਲਈ ਮੈਨੂੰ ਉਹ ਪਸੰਦ ਸੀ। ਕੁਝ ਦੇਰ ਬਾਅਦ ਦਰਵਾਜ਼ੇ ਦੀ ਘੰਟੀ ਵੱਜੀ ਤਾਂ ਦੇਖਿਆ ਡਰਾਈਵਰ ਸੀ। ਕਹਿਣ ਲੱਗਿਆ ਕਿ ਮਾਲਕਣ ਆ ਗਈ ਹੈ। ਮੈਂ ਕਿਹਾ ਨਹੀਂ। ਤਾਂ ਉਸਨੇ ਕਿਹਾ ਅੱਛਾ ਮੈਨੂੰ ਕੁਝ ਕੰਮ ਹੈ, ਮੈਂ ਉਹਨਾਂ ਦਾ ਇੰਤਜ਼ਾਰ ਕਰਾਂਗਾ। ਮੇਰੇ ਇਨਕਾਰ ਕਰਨ ਦੇ ਬਾਵਜੂਦ ਉਹ ਅੰਦਰ ਆਇਆ। ਉਸਨੇ ਇੱਧਰ ਉੱਧਰ ਤੱਕਿਆ ਅਤੇ ਫਿਰ ਮੀਨਾ ਦੇ ਕਮਰੇ ਵਿੱਚ ਚਲਾ ਗਿਆ ਅਤੇ ਮੈਨੂੰ ਕਿਹਾ ਕਿ ਜੇਕਰ ਤੂੰ ਕਿਸੇ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਸਾਹਬ ਜੀ ਨੂੰ ਦੱਸ ਦੇਵਾਂਗਾ ਕਿ ਤੂੰ ਆਪ ਹੀ ਮੈਨੂੰ ਫੋਨ ਕਰਕੇ ਬੁਲਾਇਆ ਹੈ। ਫਿਰ ਉਹ ਮੀਨਾ ਦੇ ਕਮਰੇ ਵਿੱਚ ਗਿਆ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਮੀਨਾ ਇੱਕ ਮਾਸੂਮ ਤੇ ਭੋਲੀ ਭਾਲੀ ਲੜਕੀ ਸੀ। ਉਸਨੇ ਅੰਦਰੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮੈਂ ਸਮਝ ਗਈ ਕਿ ਮੇਰੀ ਤਬਾਹੀ ਦਾ ਉਹ ਦ੍ਰਿਸ਼ ਜੋ ਮਾਲਕਨ ਨੇ ਮੇਰੇ ਸਾਹਮਣੇ ਬੈਠ ਕੇ ਦੇਖਿਆ, ਅੱਜ ਉਹੀ ਕੁਝ ਉਸਦੀ ਬੇਟੀ ਨਾਲ ਹੋਣ ਵਾਲਾ ਹੈ। ਮੈਂ ਲੁਕ ਛਿਪ ਕੇ ਦੇਖਣਾ ਚਾਹੁੰਦੀ ਸੀ, ਪਰ ਸ਼ਾਇਦ ਮੇਰੀ ਜ਼ਮੀਰ ਅਜੇ ਜਿੰਦਾ ਸੀ। ਮੈਂ ਭੱਜ ਕੇ ਨੇੜੇ ਦੇ ਘਰ ਵਿੱਚ ਪਹੁੰਚੀ ਅਤੇ ਉਹਨਾਂ ਨੂੰ ਸਾਰੀ ਘਟਨਾ ਦੱਸੀ ਤਾਂ ਉਸ ਘਰ ਦੇ ਬੰਦੇ ਜਲਦੀ ਨਾਲ ਮੇਰੇ ਨਾਲ ਆ ਗਏ। ਆਉਂਦਿਆਂ ਹੀ ਉਸਨੇ ਜ਼ੋਰ-ਜ਼ੋਰ ਦੀ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ। ਤਾਂ ਡਰਾਈਵਰ ਨੇ ਘਬਰਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਆਂਢ-ਗੁਆਂਢ ਦੇ ਲੋਕਾਂ ਨੇ ਫੋਨ ਕਰਕੇ ਪਰਿਵਾਰਕ ਮੈਂਬਰਾਂ ਨੂੰ ਜਲਦੀ ਆਉਣ ਲਈ ਕਿਹਾ। ਥੋੜ੍ਹੀ ਦੇਰ ਬਾਅਦ ਮਾਲਕਣ ਅਤੇ ਸਾਹਬ ਜੀ ਘਰ ਆ ਗਏ। ਪਹਿਲਾਂ ਤਾਂ ਉਹਨਾਂ ਨੇ ਉਸ ਡਰਾਈਵਰ ਨੂੰ ਬਹੁਤ ਕੁੱਟਿਆ ਅਤੇ ਫਿਰ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਮੇਰਾ ਦਿਲ ਚਾਹਿਆ ਕਿ ਮਾਲਕਣ ਦਾ ਪਰਦਾ ਵੀ ਫਾਸ਼ ਕਰ ਦਿਆਂ, ਪਰ ਉਹ ਪਹਿਲਾਂ ਵਾਂਗ ਇੱਕ ਵਾਰ ਫਿਰ ਇਹ ਜਾਣ ਕੇ ਚੁੱਪ ਰਹੀ ਕਿ ਸਾਹਬ ਬਹੁਤ ਚੰਗੇ ਇਨਸਾਨ ਹਨ ਅਤੇ ਜਦੋਂ ਉਸ ਨੂੰ ਪਤਨੀ ਦੀ ਅਸਲੀਅਤ ਦਾ ਪਤਾ ਲੱਗਿਆ ਤਾਂ ਉਸ ਦਾ ਘਰ ਬਰਬਾਦ ਹੋ ਜਾਵੇਗਾ। ਨਾਬਾਲਗ ਮੀਨਾ ਦੇ ਉਸ ਡਰਾਈਵਰ ਨੂੰ ਜ਼ਬਰਦਸਤੀ ਬਲਾਤਕਾਰ ਕਰਨ ਦੇ ਜੁਰਮ ਵਿੱਚ ਫਾਂਸੀ ਦਿੱਤੀ ਗਈ। ਮੈਂ ਵੀ ਬਹੁਤ ਖੁਸ਼ ਸੀ ਕਿਉਂਕਿ ਮੀਨਾ ਦੇ ਨਾਲ ਨਾਲ ਉਹ ਮੇਰਾ ਵੀ ਕਸੂਰਵਾਰ ਸੀ। ਫਿਰ ਇੱਕ ਦਿਨ ਮਾਲਕਨ ਨੇ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਮੇਰੇ ਸਾਹਮਣੇ ਹੱਥ ਜੋੜ ਕੇ ਮੇਰੇ ਪੈਰਾਂ ਵਿੱਚ ਬੈਠ ਗਈ ਅਤੇ ਕਿਹਾ ਕਿ ਮੈਂ ਤੁਹਾਡੇ ਨਾਲ ਬਹੁਤ ਮਾੜਾ ਕੀਤਾ, ਪਰ ਤੁਸੀਂ ਅਜੇ ਵੀ ਮੇਰਾ ਭੇਤ ਨਹੀਂ ਖੋਲ੍ਹਿਆ। ਮੇਰੇ ਬੱਚੇ ਮੈਨੂੰ ਮਾਫ਼ ਕਰ ਦਿਓ। ਅੱਜ ਤੋਂ ਮੈਂ ਆਪਣੀ ਧੀ ਨਾਲੋਂ ਵੱਧ ਕੇ ਤੁਹਾਡਾ ਦੋਵਾਂ ਭੈਣਾਂ ਦਾ ਖਿਆਲ ਰੱਖਾਂਗੀ। ਮੈਂ ਕੀ ਕਰ ਸਕਦੀ ਸੀ? ਮੇਰੀਆਂ ਅੱਖਾਂ ਵਿੱਚੋਂ ਸਿਰਫ ਹੰਝੂ ਹੀ ਵਹਿ ਰਹੇ ਸਨ। ਆਪਣੀ ਛੋਟੀ ਭੈਣ ਦੇ ਭਵਿੱਖ ਬਾਰੇ ਸੋਚ ਕੇ ਮੈਂ ਮਾਲਕਨ ਨੂੰ ਮਾਫ਼ ਕਰ ਦਿੱਤਾ ਅਤੇ ਅੱਜ ਉਸ ਮਾਲਕਨ ਦੇ ਪ੍ਰਾਸ਼ਚਿਤ ਦੀ ਬਦੌਲਤ ਅਸੀਂ ਆਪਣੇ ਅਸਲੀ ਬਾਪ ਦੀ ਪਤਨੀ ਯਾਨੀ ਆਪਣੀ ਮਤਰੇਈ ਮਾਂ ਤੋਂ ਜ਼ਮੀਨ ਜਾਇਦਾਦ ਵਾਪਸ ਲੈ ਲਈ ਹੈ ਅਤੇ ਸਾਡੇ ਉੱਤੇ ਜ਼ੁਲਮ ਕਰਨ ਦੇ ਜੁਰਮ ਵਿੱਚ ਸਾਡੇ ਪਿਤਾ ਦੀ ਬਦੌਲਤ
ਪਿਤਾ ਦੀ ਦੌਲਤ ਹੜੱਪਣ ਦੇ ਜੁਰਮ ਵਿੱਚ, ਸਾਨੂੰ ਨਾਬਾਲਗ ਭੈਣਾਂ ਨੂੰ ਬੇਘਰ ਕਰਨ ਦੇ ਜੁਰਮ ਵਿੱਚ। ਇਹਨਾਂ ਦੋਹਾਂ ਜਾਨੀ ਅਮਨ ਅਤੇ ਮੇਰੀ ਮਤਰੇਈ ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸਤੋ, ਤੁਹਾਡਾ ਕੀ ਕਹਿਣਾ ਹੈ ਇੱਕ ਮਾਸੂਮ ਦੀ ਜ਼ਿੰਦਗੀ 'ਤੇ ਵਾਪਰੀ ਇਸ ਸੱਚੀ ਕਹਾਣੀ ਬਾਰੇ? ਕਮੈਂਟ ਕਰਕੇ ਜ਼ਰੂਰ ਦੱਸਣਾ। ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਅਗਲੀ ਵੀਡੀਓ ਵਿੱਚ ਫੇਰ ਮਿਲਦੇ ਹਾਂ। ਧੰਨਵਾਦ।